हेलो एवरीवन, वेलकम टू इलैक्ट्रिक इंग्लिश। आई एम पीयूष चंदल। आई होप कि ਤੁਹਾਡੀ 6 ਅਗਸਤ ਵਾਲਾ ਜਿਹੜਾ ਕਲਰਕ ਦਾ ਐਗਜ਼ਾਮ ਉਹਦੀ ਤਿਆਰੀ ਬੜੀ ਵਧੀਆ ਚੱਲ ਰਹੀ ਹੋਏਗੀ। ਕੁਝ ਕੁਐਸਚਨਸ ਅੱਜ ਆਪਾਂ ਡਿਸਕਸ ਕਰਾਂਗੇ। ਪਹਿਲਾ ਕੁਐਸਚਨ ਕਾਫੀ ਇੰਪੋਰਟੈਂਟ ਹੈ ਤੇ ਕਾਫੀ ਯੂਨੀਕ ਹੈ। ਕੁਐਸਚਨ ਪੰਜਾਬ ਦੇ ਐਗਜ਼ਾਮ ਦੇ ਵਿੱਚ ਹੀ ਪ੍ਰੀਵੀਅਸ ਈਅਰ ਦਾ ਕੁਐਸਚਨ ਹੈ ਜੀ। ਠੀਕ ਹੈ, 2022 ਦੇ ਵਿੱਚ ਹੀ ਹੋਇਆ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰ ਟਰਾਈ ਕਰ ਸਕਦੇ ਹੋ ਕਿ ਕੁਐਸਚਨ ਕੀ ਹੈ, ਐਕਟਿਵ ਪੈਸਿਵ ਦੇ ਵਿੱਚ ਚੇਂਜ ਕਰਨਾ ਹੈ। ਤਾਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੋਈ ਹੈ, ਐਕਟਿਵ ਵੀ ਹੋ ਸਕਦੀ ਹੈ, ਪੈਸਿਵ ਵੀ ਹੋ ਸਕਦੀ ਹੈ, ਤੇ ਉਹਨੂੰ ਚੇਂਜ ਕਰਨਾ ਹੈ ਐਕਟਿਵ ਜਾਂ ਫਿਰ ਪੈਸਿਵ ਦੇ ਵਿੱਚ। ਸਟੇਟਮੈਂਟ ਕੀ ਹੈ, ਆਵਰ ਕੈਟ ਵਾਸ ਟੀਜ਼ਿੰਗ ਦਾ ਡੌਗ ਨੈਕਸਟ ਡੋਰ। ਠੀਕ ਹੈ ਜੀ, ਤਾਂ ਇਹਦਾ ਪੈਸਿਵ ਕਨਵਰਟ ਕਰਨਾ ਹੈ। ਤੁਸੀਂ ਆਈ ਹੋਪ ਕਿ ਪੌਜ਼ ਕਰੋਗੇ, ਪਹਿਲਾਂ ਇੱਕ ਵਾਰ ਚੈੱਕ ਕਰੋਗੇ ਆਪਣੇ ਲੈਵਲ ਤੇ। ਠੀਕ ਹੈ, ਚੈੱਕ ਕਰ ਲਿਆ ਜੀ। ਤਾਂ ਆਪਸ਼ਨ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ। ਦ ਡੌਗ ਵਾਸ ਟੀਜ਼ਿੰਗ ਨੈਕਸਟ ਡੋਰ our cat. The dog was being teased next door by our cat. The dog next door was being teased by our cat. The dog was being teased by our cat next door. ਤਾਂ ਹੁਣ ਤੁਸੀਂ ਦੇਖੋਗੇ ਵੀ ਇੱਕ ਪਹਿਲਾ ਸੈਂਟੈਂਸ ਜਿਹੜਾ ਹੈਗਾ ਇਹ ਗਲਤੀ ਹੈ ਜੀ, ਕਿਉਂਕਿ ਇਹਦੇ ਵਿੱਚ ਪੈਸਿਵ ਵਰਬ ਯੂਜ਼ ਨਹੀਂ ਕੀਤੀ ਹੋਈ। ਇਹਦੇ ਵਿੱਚ ਐਕਟਿਵ ਵਰਬ ਹੈ ਤਾਂ ਪੈਸਿਵ ਵਰਬ ਦੇ ਵਿੱਚ ਚੇਂਜ ਹੋਊਗਾ। ਤਾਂ ਪੈਸਿਵ ਵਰਬ ਇਹ ਹੈ ਨਹੀਂ ਤਾਂ ਇੱਕ ਕੱਟਾ ਮਾਰ ਦਿਓ। ਤਾਂ ਤੁਸੀਂ ਦੇਖੋਗੇ ਤਾਂ ਪੈਸਿਵ ਕੀ ਬਣੂਗਾ ਜੀ, was being teased। ਬਿਲਕੁਲ ਸਹੀ ਲਿਖਿਆ ਹੋਇਆ, ਤਿੰਨਾਂ ਦੇ ਵਿੱਚ ਸੇਮ ਚੀਜ਼ ਲਿਖੀ ਹੋਈ ਹੈ। किस चीज़ का फर्क है, नैक्सट डोर की पोजीशन का फर्क है। नैक्सट डोर उरे देखोगे टीजिंग तो बाद लिखा हुआ है। ठीक है, सॉरी जोड़ा लिखा हुआ है ये देखोगे वॉज बिंग टीज्ड, ये वाला तो वैसे ही गलत है। नैक्सट डोर तुम देखोगे टीज तो बाद लिखा हुआ है। उरे तुम नैक्सट डोर देखोगे डॉग तो बाद लिखा हुआ है। उरे तुम देखोगे नैक्सट डोर कैट तो बाद लिखा हुआ है। ठीक है, तो ये क्वेश्चन तां सॉल्व होगा अगर थोनों इहदा पार्ट्स ऑफ स्पीच समझ आऊगा। तो वो बारे ही आपां गल करांगे जी वीडियो दे विच। ध्यान नाल समझना मेरा क्वेश्चन की है। तो मैं जो भी कोई भी क्वेश्चन फ्रेम करदा या पुछदा हुंदा ਉਹਦੇ ਪਿੱਛੇ ਕੋਈ ਲੌਜਿਕ ਹੁੰਦਾ ਜੀ, ਉਹ ਐਵੇਂ ਨਹੀਂ ਕਦੇ ਕੁਝ ਪੁੱਛਿਆ, ਕਿਉਂਕਿ ਇਸ ਦੇ ਬੇਸਿਸ ਤੇ ਹੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਜਿਹੜੀ ਚੀਜ਼ ਤੁਹਾਨੂੰ ਬੇਸਿਕ ਪੜ੍ਹਾਈ ਜਾਂਦੀ ਹੈ ਉਹਦੇ ਬੇਸਿਸ ਤੇ ਐਗਜ਼ਾਮ 'ਚ ਕੁਐਸਚਨ ਪੁੱਛੇ ਜਾਂਦੇ ਨੇ, ਤਾਂ ਹੀ ਪੁੱਛਿਆ ਜਾਂਦਾ। ਠੀਕ ਹੈ, ਤਾਂ ਮੇਰਾ ਕੁਐਸਚਨ ਕੀ ਸੀ ਅੱਜ ਦਾ? ਮੇਰਾ ਕੁਐਸਚਨ ਇਹੀ ਸੀਗਾ ਕਿ ਇਸ ਸੈਂਟੈਂਸ ਦੇ ਵਿੱਚ ਆਵਰ ਕੈਟ ਵਾਸ ਟੀਜ਼ਿੰਗ ਦ ਡੌਗ ਨੈਕਸਟ ਡੋਰ। ਤਾਂ ਨੈਕਸਟ ਡੋਰ ਦਾ ਪਾਰਟਸ ਆਫ ਸਪੀਚ ਕੀ ਹੈ? ਠੀਕ ਹੈ, ਤਾਂ ਪਹਿਲਾ ਸੀ ਨਾਊਨ, ਦੂਸਰਾ ਐਡਜੈਕਟਿਵ, ਤੀਸਰਾ ਐਡਵਰਬ, ਚੌਥਾ ਡਿਟਰਮੀਨਰ। ਹੁਣ ਤੁਸੀਂ ਜੋ ਵੀ ਆਪਣਾ ਸੋਚਿਆ ਹੋਊਗਾ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਦੇਣਾ। देखो काफ़ी सारे स्टूडेंट्स ने नाउन चूज़ किया, काफ़ी सारे स्टूडेंट्स ने एडजेक्टिव, डिटरमिनर वगैरह वगैरह एडवर्ब चूज़ किया। ठीक है, सब तो पहली गल तो कुछ स्टूडेंट कह रहे थे कि ये फ्रेज है। देखो मैं तुहाडे नाल गल नाल 100% एग्री करदा, इट इज़ अ फ्रेज नॉट अ वर्ड। लेकिन अगर तुसीं देखोगे किसी भी ਉਹਦੇ ਪਿੱਛੇ ਕਿਸੇ ਵੀ ਸ਼ਬਦ ਦੇ ਪਿੱਛੇ ਫਰੇਜ਼ ਉਹਨਾਂ ਨੇ ਲਿਖਿਆ ਹੀ ਨਹੀਂ, ਆਪਸ਼ਨ 'ਚ ਫਰੇਜ਼ ਲਿਖਿਆ ਹੀ ਨਹੀਂ, ਤਾਂ ਅੰਡਰਸਟੂਡ ਹੈ ਕਿ ਸਾਰੇ ਇੱਕੋ ਹੀ ਕੈਟਾਗਰੀ ਦੇ ਵਿੱਚ ਨੇ। ਠੀਕ ਹੈ, ਸਭ ਨੂੰ ਹੀ ਫਰੇਜ਼ ਕੰਸੀਡਰ ਕੀਤਾ ਜਾ ਸਕਦਾ ਹੈ। ਹਾਂ, ਅਗਰ ਮੈਂ ਉਹਦੇ ਸਿਰਫ ਫਰੇਜ਼ ਲਿਖ ਦਿੰਦਾ, ਬਾਕੀਆਂ 'ਚ ਫਰੇਜ਼ ਨਾ ਲਿਖਦਾ, ਫਿਰ ਉਹ ਸਹੀ ਗਲਤ ਦੇ ਮਾਇਨੇ ਬਣਦੇ ਸੀ ਉੱਥੇ ਵੀ ਹਾਂ ਇਹ ਤਾਂ ਫਰੇਜ਼ ਲਿਖਤਾ, ਇਹਦਾ ਮਤਲਬ ਇਹ ਫਰੇਜ਼ ਨਹੀਂ, ਇਹ ਸਿਰਫ ਇੱਕ ਸ਼ਬਦ ਦੀ ਗੱਲ ਕਰ ਰਹੇ ਨੇ। ਨਹੀਂ, ਹੁਣ ਮੈਂ ਜੀ ਵੀਡੀਓ ਸ਼ੁਰੂ ਕੀਤੀ, ਮੈਂ ਤੁਹਾਨੂੰ ਪੜ੍ਹਾਉਣ ਆਇਆ, ਮੈਂ ਕੀ ਇਹ ਦੱਸੂਗਾ ਵੀ ਮੈਂ ਅੰਗਰੇਜ਼ੀ ਪੜ੍ਹਾਉਣਾ ਹੈ? ਇਟ ਇਜ਼ ਕੁਆਇਟ ਓਬਵੀਅਸ। ਥਿੰਗਸ ਦੈਟ ਆਰ ਓਬਵੀਅਸ ਆਰ ਨੀਡ ਨਾਟ ਟੂ ਬੀ ਮੈਂਸ਼ਨਡ, ਹੈ ਨਾ। ਤਾਂ ਜਿਹੜੀਆਂ ਚੀਜ਼ਾਂ ਓਬਵੀਅਸ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮੈਂਸ਼ਨ ਕਰਨ ਦੀ ਲੋੜ ਨਹੀਂ ਪੈਂਦੀ। ਮੈਂ ਅਕਸਰ ਇਹ ਚੀਜ਼ ਦੱਸਦਾ। ਸਪੋਜ਼ ਕਰੋ ਕਿ ਮੈਂ 4 ਸਬਜੈਕਟ ਪੜ੍ਹਾਉਣਾ, ਅੱਜ ਮੈਂ ਵੀਡੀਓ ਸ਼ੁਰੂ ਕੀਤੀ, ਫਿਰ ਮੈਨੂੰ ਦੱਸਣਾ ਪਊਗਾ ਵੀ ਹਾਂ ਵੀ ਪੁੱਤ ਅੱਜ ਆਪਾਂ ਅੰਗਰੇਜ਼ੀ ਪੜ੍ਹ ਰਹੇ ਹਾਂ, ਅੱਜ ਆਪਾਂ ਇੰਗਲਿਸ਼ ਪੜ੍ਹ ਰਹੇ ਹਾਂ, ਫਿਰ ਸਾਰੀ ਆਪਾਂ ਅੱਜ ਕੰਪਿਊਟਰ ਪੜ੍ਹ ਰਹੇ ਹਾਂ, ਅੱਜ ਆਪਾਂ ਮੈਥਸ ਪੜ੍ਹ ਰਹੇ ਹਾਂ, ਕੀ ਪੜ੍ਹ ਰਹੇ ਹਾਂ। ਠੀਕ ਹੈ, ਤਾਂ ਫਿਰ ਮੈਨੂੰ ਮੈਂਸ਼ਨ ਕਰਨਾ ਪਊਗਾ। ਓਬਵੀਅਸ ਹੈ, ਇਸ ਕਰਕੇ ਫਰੇਜ਼ ਨਹੀਂ ਵੀ ਲਿਖੋਗੇ ਤਾਂ ਵੀ ਸਰ ਜੂਗਾ। ਠੀਕ ਹੈ, ਪਹਿਲੀ ਗੱਲ ਤਾਂ ਇਹ ਕਲੀਅਰ ਹੋ ਗਈ। ਚਲੋ ਠੀਕ ਹੈ ਜੀ। ਦੂਜੀ ਚੀਜ਼ ਇਹ ਕਿ ਹੁਣ ਆਪਾਂ ਇਹ ਦੇਖਣਾ ਹੈ ਕਿ ਬਈ ਇਹ ਨਾਊਨ ਦਾ ਕਿਵੇਂ ਹੋ ਸਕਦਾ। ਅਗਰ ਕੋਈ ਸੈਂਟੈਂਸ ਦੇ ਵਿੱਚ ਇੱਕ ਨਾਊਨ ਹੋਏਗਾ, ਜਾਂ ਤਾਂ ਬਈ ਉਹ ਕੀ ਹੋਏਗਾ ਸੈਂਟੈਂਸ ਦੇ ਵਿੱਚ ਸਬਜੈਕਟ ਹੋਏਗਾ, ਜਾਂ ਫਿਰ ਉਹ ਕੀ ਹੋਏਗਾ ਆਬਜੈਕਟ ਹੋਏਗਾ, ਇਹੀ ਹੋ ਸਕਦਾ, ਜਾਂ ਫਿਰ ਉਹ ਕੰਪਲੀਮੈਂਟ ਹੋਏਗਾ। ਕੰਪਲੀਮੈਂਟ ਦਾ ਤੁਹਾਡੇ ਕੋਈ ਲਿੰਕਿੰਗ ਵਰਬ ਹੈ ਹੀ ਨਹੀਂ ਤਾਂ ਕਾਟਾ ਮਾਰ ਦਿਓ। ਸਬਜੈਕਟ ਇਸ ਸੈਂਟੈਂਸ ਦੇ ਵਿੱਚ ਤੁਸੀਂ ਦੇਖੋਗੇ ਇਹ ਵਰਬ ਹੈ ਤਾਂ ਸਬਜੈਕਟ ਇਹ ਰਿਹਾ, ਤਾਂ ਇਸ ਕਰਕੇ ਸਬਜੈਕਟ ਵੀ ਨਹੀਂ ਹੋ ਸਕਦਾ, ਕਾਟਾ ਮਾਰ ਦਿਓ। ਹੁਣ ਤੁਸੀਂ ਦੇਖੋ ਕਿ ਇਹ ਆਬਜੈਕਟ ਹੈ, ਟੀਜ਼ਿੰਗ ਵਰਬ ਦਾ ਆਬਜੈਕਟ ਕੌਣ ਹੈ? ਡੌਗ ਜਾਂ ਨੈਕਸਟ ਡੋਰ? ਕਿਸ ਚੀਜ਼ ਨੂੰ ਟੀਜ਼ ਕੀਤਾ ਜਾ ਰਿਹਾ? ਕਿਹਨੂੰ ਟੀਜ਼ ਕੀਤਾ ਜਾ ਰਿਹਾ? ਕੁੱਤੇ ਨੂੰ ਜਾਂ ਡੋਰ ਨੂੰ? ਡੋਰ ਨੂੰ ਥੋੜੀ ਟੀਜ਼ ਕੀਤਾ ਜਾ ਰਿਹਾ, ਕੁੱਤੇ ਨੂੰ ਟੀਜ਼ ਕੀਤਾ ਜਾ ਰਿਹਾ। ਤਾਂ ਇਸ ਕਰਕੇ ਇਸ ਐਕਸ਼ਨ ਦਾ ਇਫੈਕਟ ਕੌਣ ਰਿਸੀਵ ਕਰ ਰਿਹਾ? ਇਹ ਪ੍ਰਾਣੀ। ਤਾਂ ਇਸ ਕਰਕੇ ਇਹ ਆਪਣਾ ਕੀ ਬਣ ਜੂ? ਆਬਜੈਕਟ ਬਣ ਜੂ। ਅਗਰ ਇਹ ਆਬਜੈਕਟ ਬਣ ਜੂ ਤਾਂ ਇਹੀ ਨਾਊਨ ਹੈ। ਤਾਂ ਇਸ ਕਰਕੇ ਅਗਰ ਇਹ ਨਾਊਨ ਹੁੰਦਾ ਵੀ ਸਬਜੈਕਟ ਆਬਜੈਕਟ ਕੋਈ ਕੰਮ ਨਹੀਂ ਪਰਫਾਰਮ ਕਰ ਰਿਹਾ, ਤਾਂ ਇਸ ਕਰਕੇ ਇਹ ਨਾਊਨ ਨਹੀਂ ਹੋ ਸਕਦਾ। ਨਾ ਤਾਂ ਇਹ ਸਬਜੈਕਟ ਹੈ, ਨਾ ਹੀ ਇਹ ਆਬਜੈਕਟ ਹੈ, ਇਸ ਕਰਕੇ ਨਾਊਨ ਹੋ ਨਹੀਂ ਸਕਦਾ। ਠੀਕ ਹੈ ਜੀ। ਅੱਛਾ, ਅਗਰ ਮੈਨੂੰ ਕਹਿਣਾ ਡਿਟਰਮੀਨਰ ਹੈ, ਅਗਰ ਕਦੇ ਵੀ ਕੋਈ ਵੀ ਡਿਟਰਮੀਨਰ ਲਿਖਦੇ ਹੋ ਤਾਂ ਡਿਟਰਮੀਨਰ ਤਾਂ ਕਿਹਦੇ ਲਈ ਯੂਜ਼ ਹੁੰਦਾ? ਨਾਊਨ ਦੇ ਲਈ ਯੂਜ਼ ਹੁੰਦਾ। ਹੁਣ ਤੁਸੀਂ ਸਪੋਜ਼ ਕਰ ਲਓ ਵੀ ਤੁਸੀਂ ਕੋਈ ਵੀ ਡਿਟਰਮੀਨਰ ਲਿਖਿਆ, ਠੀਕ ਹੈ, ਤਾਂ ਡਿਟਰਮੀਨਰ ਦੇ ਨਾਲ ਜਦੋਂ ਤੁਸੀਂ ਸਪੋਜ਼ ਕਰ ਲਓ ਮੈਂ ਲਿਖਿਆ ਗੁੱਡ। ਹੁਣ ਗੁੱਡ ਆਪਣੇ ਆਪ ਦੇ ਵਿੱਚ ਤੁਸੀਂ ਅਗਰ ਇਹਨੂੰ ਸਟੱਡੀ ਕਰਦੇ ਹੋ ਤਾਂ ਇਹ ਐਡਜੈਕਟਿਵ ਹੈ, ਲੇਕਿਨ ਸੈਂਟੈਂਸ ਦੇ ਵਿੱਚ ਤੁਸੀਂ ਜਿਹਦੇ ਲਈ ਇਹ ਯੂਜ਼ ਕੀਤਾ ਅਗਰ ਉਹੀ ਚੀਜ਼ ਯੂਜ਼ ਨਹੀਂ ਕਰੋਗੇ ਫਿਰ ਤੁਸੀਂ ਕਿਵੇਂ ਯੂਜ਼ ਕਰ ਲਓਗੇ? नहीं कर सकते ना। तो इस करके जो तक अभी तुम लिखते नहीं मैन या वूमैन कुछ लिखो, ठीक है, तो इस करके जो गुड यूज होगा मैन के लिए यूज होगा। जो तक कोई नाउन ही नहीं लिखा होगा उदों तक कोई इस एडजैक्टिव का कोई वजूद नहीं है।
ਤਾਂ ਅਗਰ ਮੈਂ ਇਹਨੂੰ ਡਿਟਰਮੀਨਰ ਮੰਨ ਲਾ ਤਾਂ ਫਿਰ ਕਿਹੜੇ ਨਾउन ਦੇ ਲਈ ਯੂਜ਼ ਹੋਇਆ, ਕੋਈ ਨਾउन ਮੈਂਸ਼ਨ ਨਹੀਂ ਹੈ, ਤਾਂ ਇਸ ਕਰਕੇ ਡਿਟਰਮੀਨਰ ਵੀ ਨਹੀਂ ਹੋ ਸਕਦਾ। ਹੁਣ ਜਾਂ ਤਾਂ ਇਹ ਐਡਜੈਕਟਿਵ ਹੋਊਗਾ ਜਾਂ ਇਹ ਐਡਵਰਬ ਹੋਊਗਾ, ਇੰਨੀ ਕੁ ਗੱਲ ਆਪਾਂ ਸਮਝਣੀ ਹੈ, ਠੀਕ ਹੈ। आई होप कि ये गल समझ आ गई होगी कि भाई ये नाउन तो हो नहीं सकता, क्योंकि ना तो ये सब्जेक्ट है ना ही ये ऑब्जेक्ट है सेंटेंस के, ठीक है। नाउन की कहानी खत्म हो गई। हुण डिटरमिनर क्यों खत्म हो गया, क्योंकि डिटरमिनर नाउन के लिए यूज़ होता है। अगर कोई इनू डिटरमिनर मान ला मैं, फिर ये नाउन केड़ा यूज़ है, फिर तुसीं कहोगे सर नैक्सट इनू डिटरमिनर मान लो, इनू नाउन मान लो। फिर आपां जिहड़ा इह पुछ रहे है वो ਇਹਦੇ ਲਈ ਪੁੱਛ ਰਿਹਾ, ਨੈਕਸਟ ਡੋਰ ਕੰਪਲੀਟ ਫਰੇਜ਼ ਲਈ ਪੁੱਛ ਰਿਹਾ ਹੈ, ਨਾ ਕਿ ਸਿਰਫ ਨੈਕਸਟ ਸਿਰਫ ਡੋਰ ਦੇ ਲਈ ਪੁੱਛ ਰਿਹਾ। ਤਾਂ ਇਸ ਕਰਕੇ ਫਰੇਜ਼ ਜਿਹੜਾ ਹੈਗਾ ਡਿਟਰਮੀਨਰ ਵੀ ਨਹੀਂ ਹੈਗਾ। ਹੁਣ ਜਾਂ ਤਾਂ ਇਹ ਐਡਜੈਕਟਿਵ ਹੋ ਸਕਦਾ ਜਾਂ ਇਹ ਐਡਵਰਬ ਹੋ ਸਕਦਾ। ਜਨਰਲੀ ਜਦੋਂ ਵੀ ਕਿਸੇ ਵੀ ਪਲੇਸ ਦਾ ਰੈਫਰੈਂਸ ਦਿੱਤਾ ਹੋਵੇ, ਕਿਸੇ ਵੀ ਪਲੇਸ ਦਾ, ਠੀਕ ਹੈ, ਤਾਂ ਸਟੂਡੈਂਟਸ ਨੂੰ ਲੱਗਦਾ ਹੁੰਦਾ ਕਿ ਉਹ ਐਕਸ਼ਨ ਦੀ ਪਲੇਸ ਦੱਸ ਰਹੇ ਨੇ, ਤਾਂ ਕਰਕੇ ਉਹ ਕੀ ਹੋ ਜਾਂਦਾ, ਐਡਵਰਬ ਹੋ ਜਾਂਦਾ। ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਜਿਵੇਂ ਸਪੋਜ਼ ਕਰੋ ਮੈਂ ਇੱਕ ਸੈਂਟੈਂਸ ਲਿਖਦਾ, ਮੈਂ ਲਿਖਿਆ ਅ ਮੈਨ was shouting in the hall, ठीक है। ਹੁਣ ਆਪਾਂ ਇੱਕ ਸੈਂਟੈਂਸ ਲਿਖਿਆ a man was shouting in the hall, ਤਾਂ ਤੁਸੀਂ ਦੇਖੋਗੇ ਇਹ ਸੈਂਟੈਂਸ ਕੀ ਹੋ ਗਿਆ, ਸਬਜੈਕਟ ਹੋ ਗਿਆ, ਇਹ ਹੈਲਪਿੰਗ ਵਰਬ ਹੋ ਗਿਆ, ਇਹ ਕੀ ਹੋ ਗਿਆ, ਮੇਨ ਵਰਬ ਹੋ ਗਿਆ, ਠੀਕ ਹੈ। ਤਾਂ ਇਹ ਐਕਚੁਅਲ ਚ ਡਿਟਰਮੀਨਰ ਹੈ, ਜੋ ਕਿ ਆਰਟੀਕਲ ਹੈ, ਇਹ ਸਬਜੈਕਟ ਹੈ, ਠੀਕ ਹੈ। ਹੁਣ ਇਨ ਇੱਕ ਪ੍ਰੈਪੋਜੀਸ਼ਨ ਹੈ, ਇਹ ਪ੍ਰੈਪੋਜੀਸ਼ਨ ਦਾ ਆਪਣਾ ਕੀ ਇੱਕ ਆਬਜੈਕਟ ਹੈ, ਨਾउन ਹੈ, ਉਸ ਨਾउन ਦੇ ਲਈ ਆਰਟੀਕਲ ਯੂਜ਼ ਹੋ ਗਿਆ। ਤਾਂ ਤੁਸੀਂ ਦੇਖੋਗੇ ਇੱਕ ਫਰੇਜ਼ ਬਣ ਗਿਆ, ਠੀਕ ਹੈ, ਕਿਉਂਕਿ ਪ੍ਰੈਪੋਜੀਸ਼ਨ ਪਲਸ ਇਸ ਆਬਜੈਕਟਸ ਬਿਕਮ ਅ ਫਰੇਜ਼। ਤਾਂ ਹੁਣ ਜਿਹੜਾ ਆਹ ਵਾਲਾ ਫਰੇਜ਼ ਹੈ, ਜਾਂ ਤਾਂ ਇਹ ਜਨਰਲੀ ਐਡਜੈਕਟਿਵ ਫਰੇਜ਼ ਹੁੰਦਾ ਜਾਂ ਇਹ ਐਡਵਰਬ ਫਰੇਜ਼ ਹੁੰਦਾ। ਜਨਰਲੀ ਜੋ ਵੀ ਪ੍ਰੈਪੋਜੀਸ਼ਨਲ ਫਰੇਜ਼ਸ ਹੁੰਦੇ ਨੇ, ਜਾਂ ਤਾਂ ਇਹ ਕੀ ਬਣਦੇ ਹੁੰਦੇ ਨੇ, ਐਡਜੈਕਟਿਵ ਫਰੇਜ਼ ਬਣਦੇ ਨੇ, ਠੀਕ ਹੈ, ਜਾਂ ਫਿਰ ਇਹ ਕੀ ਬਣਦੇ ਨੇ, ਐਡਵਰਬ ਫਰੇਜ਼ ਬਣਦੇ ਨੇ। ਇਹ ਡਿਪੈਂਡ ਕਰਦਾ ਸੈਂਟੈਂਸ ਟੂ ਸੈਂਟੈਂਸ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਪਲੇਸ ਦੀ ਗੱਲ ਕਰ ਰਿਹਾ, ਤਾਂ ਜਨਰਲ ਜਿਹੜੀ ਪਲੇਸਿਸ ਹੁੰਦੀਆਂ ਨੇ, ਪਲੇਸਿਸ ਐਕਸ਼ਨਸ ਹੈ, ਰੈਫਰੈਂਸ ਹੁੰਦੀਆਂ ਨੇ, ਠੀਕ ਹੈ। ਤਾਂ ਇਸ ਕਰਕੇ ਜਿਵੇਂ ਮੈਂ ਕਿਹਾ ਹੀ ਵਾਸ ਸ਼ਾਊਟਿੰਗ देयर, ਜਦੋਂ ਮੈਂ देयर ਲਿਖੂੰਗਾ ਤਾਂ देयर ਕਿਹਦਾ ਰੈਫਰੈਂਸ ਹੋ ਜਾਊਗਾ, ਕਿੱਥੇ ਸ਼ਾਊਟ ਕੀਤਾ ਜਾ ਰਿਹਾ ਹੈ। ਤਾਂ ਮੈਂ ਜਿਵੇਂ ਕਿਹਾ ਗੋ देयर, ਤਾਂ देयर ਕਿਹਦਾ ਰੈਫਰੈਂਸ ਹੈ, ਕਿੱਥੇ ਐਕਸ਼ਨ ਹੋਊਗਾ। ਤਾਂ ਇਸ ਕਰਕੇ ਇਨ ਦਾ ਹਾਲ ਕਿਹਦਾ ਰੈਫਰੈਂਸ ਹੈ, ਮੈਨ ਦਾ ਰੈਫਰੈਂਸ ਹੈ, ਸ਼ਾਊਟਿੰਗ ਦਾ ਰੈਫਰੈਂਸ ਹੈ, ਸ਼ਾਊਟਿੰਗ ਦਾ ਰੈਫਰੈਂਸ ਹੈ। ਤਾਂ ਜਿਹੜੀ ਆਹ ਚੀਜ਼ ਲਿਖੀ ਗਈ ਹੈ, ਇਹ ਸ਼ਾਊਟਿੰਗ ਕਿੱਥੇ ਹੋ ਰਹੀ ਹੈ ਉਹਨੂੰ ਦੱਸਣ ਵਾਸਤੇ ਲਿਖੀ ਗਈ ਹੈ। ਤੇ ਇਹਦਾ ਮਤਲਬ ਇਹ ਫਰੇਜ਼ ਇਸ ਸ਼ਾਊਟਿੰਗ ਨੂੰ ਡਿਸਕ੍ਰਾਈਬ ਕਰ ਰਿਹਾ। ਸ਼ਾਊਟਿੰਗ ਕੀ ਹੈ, ਵਰਬ ਹੈ, ਵਰਬ ਨੂੰ ਡਿਸਕ੍ਰਾਈਬ ਕਰਨ ਵਾਲਾ ਕੌਣ ਹੁੰਦਾ, ਐਡਵਰਬ ਹੁੰਦਾ। ਤਾਂ ਇਸ ਕਰਕੇ ਇਹ ਵਾਲਾ ਜਿਹੜਾ ਫਰੇਜ਼ ਲਿਖਿਆ ਹੋਇਆ ਐਡਵਰਬ ਲਿਖਿਆ ਹੋਇਆ, ਠੀਕ ਹੈ। ਸੇਮ ਵੇ ਹੁਣ ਜਿਵੇਂ ਮੈਂ ਕਹਾਂ ਅ ਮੈਨ ਵਾਸ ਸ਼ਾਊਟਿੰਗ ਨੈਕਸਟ ਡੋਰ, ਠੀਕ ਹੈ। ਤਾਂ ਹੁਣ ਜਿਵੇਂ ਲਿਖਿਆ ਮੈਨ ਵਾਸ ਸ਼ਾਊਟਿੰਗ ਨੈਕਸਟ ਡੋਰ, ਤਾਂ ਹੁਣ ਜਿਹੜਾ ਨੈਕਸਟ ਡੋਰ ਹੈ ਇਹ ਵੀ ਕਿਹਦਾ ਰੈਫਰੈਂਸ ਹੈ, ਇਹ ਵੀ ਸ਼ਾਊਟਿੰਗ ਦਾ ਰੈਫਰੈਂਸ ਹੈ। ਵੀ ਕਿੱਥੇ ਬਈ ਜਿਹੜਾ ਮੈਂ ਉਹ ਇਨਸਾਨ ਹੈ ਕਿੱਥੇ ਚਲਾ ਰਿਹਾ ਹੈ, ਨੈਕਸਟ ਵਾਲੇ ਘਰ ਦੇ ਵਿੱਚ ਚਲਾ ਰਿਹਾ ਹੈ, ਠੀਕ ਹੈ, ਤੇ ਗਵਾਂਢੀ ਹੈ ਤੁਹਾਡਾ ਚਲਾਈ ਜਾਂਦਾ। ਤਾਂ ਇਸ ਕਰਕੇ ਜਿਹੜਾ ਇਹ ਰੈਫਰੈਂਸ ਹੈ, ਰੈਫਰੈਂਸ ਕਿਹਦਾ ਵੀ ਕਿੱਥੇ ਇਹ ਐਕਸ਼ਨ ਹੋ ਰਿਹਾ ਹੈ, ਵੇਅਰ ਦਾ ਰੈਫਰੈਂਸ ਹੈ। ਤਾਂ ਇਸ ਕਰਕੇ ਇਹ ਵੀ ਕੀ ਹੈ, ਇੱਕ ਐਡਵਰਬ ਹੈ, ਇਹ ਵੀ ਕੀ ਹੈ, ਐਡਵਰਬ ਹੈ। ਲੇਕਿਨ ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਇਹ ਪਲੇਸ ਦਾ ਰੈਫਰੈਂਸ ਹੋਵੇ ਹਮੇਸ਼ਾ ਹੀ ਐਡਵਰਬ ਹੋਵੇ। ਇਹ ਡਿਪੈਂਡ ਕਰਦਾ ਸਾਰਾ ਸਿਚੁਏਸ਼ਨ ਤੇ। ਜ਼ਿਆਦਾਤਰ ਕੇਸਿਸ 'ਚ ਆਪਾਂ ਐਡਵਰਬ ਪੜ੍ਹਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਕੁਝ ਹੋ ਨਹੀਂ ਸਕਦਾ। ਮੈਂ ਹਮੇਸ਼ਾ ਕਹਿੰਦਾ ਡੋਂਟ ਬੀ ਸੋ ਰਿਜਿਡ ਵਾਈਲ ਲਰਨਿੰਗ ਇੰਗਲਿਸ਼ ਨਾ, ਇਹਦਾ ਮਤਲਬ ਇਹੀ ਹੈ ਕਿ ਕਿਸੇ ਵੀ ਪਾਰਟ ਨੂੰ ਲੈ ਕੇ ਰਿਜਿਡ ਨਾ ਹੋ ਜਾਓ। ਉਸ ਬੇਸਿਸ ਤੇ ਹੀ ਕੁਐਸਚਨ ਆਇਆ ਹੋਇਆ ਹੈ ਜਿਹੜਾ ਐਕਟਿਵ ਪੈਸਿਵ ਦਾ, ਤਾਂ ਹੀ ਸੋਲਵ ਹੋਊਗਾ ਅਗਰ ਤੁਸੀਂ ਇਹਨੂੰ ਸਮਝੋਗੇ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਪੋਜ਼ ਕਰੋ ਮੈਂ ਉਰੇ ਲਿਖਾਂ, ਮੈਂ ਲਿਖਿਆ ਅ ਮੈਨ in the hall was shouting loudly, ठीक है। ਹੁਣ ਆਪਾਂ ਬਈ ਇਹ ਸੈਂਟੈਂਸ ਲਿਖ ਲਿਆ, ਤਾਂ ਹੁਣ ਆਪਾਂ ਜਿਹੜਾ ਲਿਖਿਆ ਹੈ in the hall, ਤਾਂ ਇੱਕ ਚੀਜ਼ ਸਮਝਣ ਵਾਲੀ ਹੈ ਕਿ ਇਹ in the hall ਲਾਸਟ ਲਿਖਣਾ ਚਾਹੀਦਾ ਕਿ ਉਹ ਲਿਖਿਆ ਹੈ ਗਲਤ ਹੋ ਗਿਆ, ਬਈ ਜ਼ਰੂਰੀ ਨਹੀਂ ਹੈ, ਠੀਕ ਹੈ। ਤਾਂ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਅੱਗੇ ਪਿੱਛੇ ਕਰਦੇ ਹੋ ਉਹਦੇ ਪਿੱਛੇ ਕੋਈ ਨਾ ਕੋਈ ਉਹਦੀ ਇੰਪੋਰਟੈਂਸ ਹੁੰਦੀ ਹੈ। ਅਗਰ ਉਹ ਸੈਂਸਿਬਲ ਮੀਨਿੰਗ ਕਨਵੇ ਕਰ ਰਿਹਾ ਹੈ ਫਿਰ ਸਾਰੀ ਗ੍ਰਾਮਰ ਉਲਟ ਪੁਲਟ ਹੋ ਜਾਂਦੀ ਹੈ ਜੀ, ਕੋਈ ਗ੍ਰਾਮਰ ਕੁਝ ਨਹੀਂ ਰਹਿੰਦਾ। ਤਾਂ ਮੀਨਿੰਗ ਸੈਂਸਿਬਲ ਹੋਣਾ ਵੱਡੀ ਗੱਲ ਹੁੰਦੀ ਹੈ ਹਮੇਸ਼ਾ। ਤਾਂ ਹੁਣ ਕੀ ਕਹਿ ਰਿਹਾ, ਅ ਮੈਨ ਇਨ ਦਾ ਹਾਲ ਵਾਸ ਸ਼ਾਊਟਿੰਗ ਲਾਊਡਲੀ। ਤਾਂ ਹੁਣ ਜਿਹੜਾ ਇਨ ਦਾ ਹਾਲ ਹੈ ਇਹ ਸ਼ਾਊਟਿੰਗ ਦਾ ਰੈਫਰੈਂਸ ਹੈ, ਸ਼ਾਊਟਿੰਗ ਦੀ ਡਿਸਕ੍ਰਿਪਸ਼ਨ ਹੈ ਜਾਂ ਫਿਰ ਮੈਨ ਦੀ ਡਿਸਕ੍ਰਿਪਸ਼ਨ ਹੈ। ਸੋਚਣ ਵਾਲੀ ਗੱਲ ਹੈ, ਥੋੜਾ ਜਿਹਾ ਸੋਚੋ। ਸੈਂਟੈਂਸ ਨੂੰ ਜਦੋਂ ਤੱਕ 2-3 ਵਾਰ ਪੜੋਗੇ ਨਹੀਂ ਨਾ ਉਹ ਤਾਂ ਅੰਗਰੇਜ਼ੀ ਨਹੀਂ ਆਊਗੀ, ਠੀਕ ਹੈ। ਮੈਂ ਉਹ ਜਿਹਾ ਇਨਸਾਨ ਨਹੀਂ ਮੈਂ ਕਹਾਂ ਵੀ ਪਹਿਲਾਂ 2 ਵਾਰ ਮੈਂ ਬੋਲਿਆ ਫਿਰ 2 ਵਾਰ ਤੁਸੀਂ ਬੋਲੋ, ਯਾਦ ਉਵੇਂ ਨਹੀਂ। ਤਾਂ 2-3 ਵਾਰ ਤੁਸੀਂ ਖੁਦ ਬੋਲੋਗੇ ਤਾਂ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਵੀ ਇਹ ਕਹਿ ਕੀ ਰਿਹਾ। ਪਹਿਲੇ ਸੈਂਟੈਂਸ 'ਚੋਂ ਕੀ ਕਹਿ ਰਿਹਾ ਸੀ, ਦੂਸਰੇ ਸੈਂਟੈਂਸ 'ਚੋਂ ਕੀ ਕਹਿ ਰਿਹਾ। ਅ ਮੈਨ ਵਾਸ ਸ਼ਾਊਟਿੰਗ ਇਨ ਦਾ ਹਾਲ, ਤਾਂ ਸ਼ਾਊਟਿੰਗ ਇਨ ਦਾ ਹਾਲ, ਤਾਂ ਜਿਹੜਾ ਇਨ ਦਾ ਹਾਲ ਲਿਖਿਆ ਹੋਇਆ ਹੈ ਸ਼ਾਊਟਿੰਗ ਦੇ ਲਈ ਲਿਖਿਆ ਹੋਇਆ। ਦੂਸਰੇ ਸੈਂਟੈਂਸ 'ਚੋਂ ਕਹਿ ਰਿਹਾ ਮੈਨ ਇਨ ਦਾ ਹਾਲ ਵਾਸ ਸ਼ਾਊਟਿੰਗ ਲਾਊਡਲੀ, ਤਾਂ ਕਿਹੜਾ ਮੈਨ, ਜਿਹੜਾ ਮੈਨ ਕਿੱਥੇ ਸੀ, ਹਾਲ ਦੇ ਵਿੱਚ ਸੀ।
ਤਾਂ ਦੂਸਰੇ ਸੈਂਟੈਂਸ ਦਾ ਮਤਲਬ ਇਹ ਹੈ ਕਿ ਉੱਥੇ ਹੋਰ ਵੀ ਹਾਲ ਸੀਗੇ, ਹੋਰ ਵੀ ਹਾਲਾਂ ਦੇ ਵਿੱਚ ਇਨਸਾਨ ਸੀ, ਲੇਕਿਨ ਜਿਹੜਾ ਇਨਸਾਨ ਹਾਲ ਦੇ ਵਿੱਚ ਹੈ ਉਹ ਚਲਾ ਰਿਹਾ ਹੈ। ਤਾਂ ਐਵੇਂ ਹੀ ਲੈਂਗੁਏਜ ਦਾ ਮੀਨਿੰਗ ਚੇਂਜ ਹੁੰਦੇ ਨੇ ਥੋੜਾ ਜਿਹਾ ਚੇਂਜ ਕਰਨ ਨਾਲ, ਠੀਕ ਹੈ ਜੀ। ਆਪਾਂ ਸਿਰਫ ਰੂਲਸ ਤੱਕ ਅੜੇ ਰਹਿ ਜਾਂਦੇ ਆ ਤਾਂ ਲੈਂਗੁਏਜ ਨੂੰ ਸਮਝ ਨਹੀਂ ਪਾਇਓ ਕਿ ਕਹਿਣਾ ਕੀ ਚਾਹ ਰਿਹਾ। ਤਾਂ ਦੂਸਰੇ ਸੈਂਟੈਂਸ ਦਾ ਮੀਨਿੰਗ ਇਹ ਹੈ ਕਿ ਉਹ ਵਾਲਾ ਇਨਸਾਨ ਜਿਹੜਾ ਹਾਲ ਦੇ ਵਿੱਚ ਹੈ। ਐਕਚੁਅਲ 'ਚ ਜਿਹੜਾ ਇਹ ਸੈਂਟੈਂਸ ਹੈ ਉਹ ਕਿਵੇਂ ਲਿਖਿਆ ਜਾਂਦਾ ਹੈ, ਉਹ ਐਵੇਂ ਲਿਖਿਆ ਜਾਂਦਾ, ਅ ਮੈਨ ਹੂ ਵਾਜ਼ ਇਨ ਦਾ ਹਾਲ। ਦਿਸ ਇਜ਼ ਅ ਫੁੱਲ ਸੈਂਟੈਂਸ ਇਫ ਯੂ ਵਾਂਟਡ ਟੂ ਨੋ। ਇਹ ਸੈਂਟੈਂਸ ਐਕਚੁਅਲ 'ਚ ਕਿਹੜਾ ਮੈਨ, ਜਿਹੜਾ ਉਹ ਹਾਲ ਦੇ ਵਿੱਚ ਹੈ। ਇਹ ਕੀ ਹੈ, ਰਿਲੇਟਿਵ ਪ੍ਰੋਨਾਊਨ। ਰਿਲੇਟਿਵ ਪ੍ਰੋਨਾਊਨ ਕਿਹਦੇ ਲਈ ਯੂਜ਼ ਹੁੰਦਾ, ਇਹਦੇ ਲਈ। ਤਾਂ ਜਿਹੜੀ ਆਹ ਚੀਜ਼ ਲਿਖੀ ਗਈ ਹੈ ਕਿਹਦੇ ਲਈ ਲਿਖੀ ਗਈ ਹੈ, ਮੈਨ ਦੇ ਲਈ। ਤੇ ਇਹਦਾ ਮਤਲਬ ਇਹ ਵਾਲੀ ਜਿਹੜੀ ਕਲੌਜ਼ ਹੈ ਇਹ ਕਿਹਦੇ ਲਈ ਲਿਖੀ ਗਈ ਹੈ, ਮੈਨ ਦੇ ਲਈ, ਠੀਕ ਹੈ। ਤਾਂ ਰਿਲੇਟਿਵ ਕਲੌਜ਼ ਐਡਜੈਕਟਿਵ ਕਲੌਜ਼ ਹੀ ਹੁੰਦੀ ਹੈ, ਤੁਹਾਨੂੰ ਪਤਾ ਹੋਊਗਾ। ਤਾਂ ਹੁਣ ਇਹ ਐਡਜੈਕਟਿਵ ਕਲੌਜ਼ ਹੈ ਕਿਉਂਕਿ ਇਹ ਮੈਨ ਦੇ ਲਈ ਲਿਖੀ ਜਾ ਰਹੀ ਹੈ। ਇੰਨੀ ਗੱਲ ਸਮਝ ਆ ਗਈ। ਤਾਂ ਜਦੋਂ ਤੁਸੀਂ ਇਹਦੇ ਵਿੱਚੋਂ ਸਬਜੈਕਟ ਤੇ ਮੇਨ ਵਰਬ ਕੱਢ ਲਈ, ਉਹ ਫਰੇਜ਼ ਰਹਿ ਗਿਆ। ਅਗਰ ਉਹ ਫਰੇਜ਼ ਹੁਣ ਕਿਹਦੇ ਲਈ ਲਿਖਿਆ ਜਾ ਰਿਹਾ, ਸ਼ਾਊਟਿੰਗ ਦੇ ਲਈ ਜਾਂ ਮੈਨ ਦੇ ਲਈ, ਮੈਨ ਦੇ ਲਈ। ਤਾਂ ਇਹ ਵਾਲਾ ਜਿਹੜਾ ਫਰੇਜ਼ ਹੈ ਨਾ, ਇਹ ਵਾਲਾ ਫਰੇਜ਼ ਉਰੇ ਐਡਜੈਕਟਿਵ ਫਰੇਜ਼ ਹੋਏਗਾ। ਸਮਝ ਆ ਗਿਆ ਜੀ। ਤਾਂ ਅਲਟੀਮੇਟਲੀ ਐਡਜੈਕਟਿਵ ਹੋਏਗਾ। ਵਿਚ ਮੈਨ that is in the hall, ਜਾਂ ਫਿਰ who was in the hall, who is in the hall, ਹੈ ਨਾ, ਡਿਪੈਂਡਸ ਅਪਨ ਦਾ ਕੰਟੈਕਸਟ। ਆਪਾਂ ਵਾਸ 'ਚ ਗੱਲ ਕਰ ਰਹੇ ਹਾਂ ਤਾਂ ਮੈਂ ਵਾਸ ਦੇ ਵਿੱਚ ਗੱਲ ਕਰ ਰਿਹਾ। ਇੰਨੀ ਗੱਲ ਸਮਝ ਆ ਗਈ ਜੀ। ਤਾਂ ਇਹ ਇੱਕ ਫਰਕ ਹੁੰਦਾ ਜੋ ਆਪਾਂ ਨੂੰ ਸਮਝਣਾ ਚਾਹੀਦਾ। ਹੁਣ ਆਹ ਸੈਂਟੈਂਸ ਜਿਹੜਾ ਆਪਾਂ ਲਿਖਿਆ ਹੋਇਆ ਜੀ, ਠੀਕ ਹੈ, ਕਿੱਥੇ ਸੈਂਟੈਂਸ ਆ ਸੀ। ਹੁਣ ਉਹ ਕੀ ਕਹਿ ਰਿਹਾ, our cat was teasing the dog next door। ਤਾਂ ਹੁਣ ਤੁਸੀਂ ਇੱਕ ਗੱਲ ਨੂੰ ਸੋਚਣ ਵਾਲੇ ਜੀ, ਜਮੀ ਸੋਚਣ ਵਾਲੀ ਗੱਲ ਹੈ ਕਿ ਉਹ ਕੀ ਕਹਿਣਾ ਚਾਹ ਰਿਹਾ। ਤੁਸੀਂ ਖੁਦ ਸੋਚਣਾ ਜੀ, ਠੀਕ ਹੈ। ਹੁਣ ਜਿਹੜਾ ਨੈਕਸਟ ਡੋਰ ਲਿਖਿਆ, ਇਹ ਕੀ ਦੀ ਡਿਸਕ੍ਰਿਪਸ਼ਨ ਹੈ, ਇਹ ਡੌਗ ਦੀ ਡਿਸਕ੍ਰਿਪਸ਼ਨ ਹੈ ਜਾਂ ਫਿਰ ਇਹ ਟੀਜ਼ਿੰਗ ਦੀ ਡਿਸਕ੍ਰਿਪਸ਼ਨ ਹੈ। ਜਿਹੜੀ ਸਾਡੀ ਬਿੱਲੀ ਹੈ ਉਹ ਦੂਸਰੇ ਦੇ ਘਰ ਜਾ ਕੇ ਉਹਨੂੰ ਟੀਜ਼ ਕਰ ਰਹੀ ਹੈ ਜਾਂ ਫਿਰ ਉਹ ਕੁੱਤੇ ਨੂੰ ਟੀਜ਼ ਕਰ ਰਹੀ ਹੈ, ਜਿਹੜਾ ਕੁੱਤਾ ਅਗਲੇ ਘਰ ਦੇ ਵਿੱਚ ਰਹਿੰਦਾ। ਸੋਚਣ ਵਾਲੀ ਗੱਲ ਹੈ ਉਹ ਕੀ ਕਹਿਣਾ ਚਾਹ ਰਿਹਾ। ਤੁਸੀਂ ਦੇਖੋ ਮੀਨਿੰਗ ਕਿੰਨਾ ਚੇਂਜ ਹੁੰਦਾ ਸੈਂਟੈਂਸ ਦੇ ਵਿੱਚ, ਹੈ ਨਾ। ਤਾਂ ਆਪਾਂ ਰੂਲ ਤੱਕ ਅੜੇ ਰਹਿ ਗਏ ਸਿਰਫ ਅੱਜ ਤੱਕ, ਲੇਕਿਨ ਮੀਨਿੰਗ ਤੱਕ ਪਹੁੰਚਣ ਦੀ ਆਪਾਂ ਕੋਸ਼ਿਸ਼ ਨਹੀਂ ਕੀਤੀ ਕਦੇ। ਮੀਨਿੰਗ ਨਾਲ ਹੀ ਸਾਰੀ ਲੈਂਗੁਏਜ ਜਿਹੜੀ ਹੈਗੀ ਹੈ, ਗ੍ਰਾਮਰ ਡਰਾਈਵ ਹੁੰਦੀ ਹੈ ਜੀ ਉੱਥੋਂ ਹੀ। ਤਾਂ ਮੀਨਿੰਗ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਇਨ ਦ ਸੈਂਟੈਂਸ। ਤਾਂ ਮੀਨਿੰਗ ਇੰਪੋਰਟੈਂਟ ਹੈ ਸਮਝਣਾ। ਉਹ ਕੀ ਕਹਿ ਰਿਹਾ ਵੀ ਜਿਹੜੀ ਸਾਡੀ ਬਿੱਲੀ ਹੈ ਉਹ ਕੁੱਤੇ ਨੂੰ ਹਰਾਸ ਕਰ ਰਹੀ ਹੈ, ਟੀਜ਼ ਕਰ ਰਹੀ ਹੈ। ਕਿਹੜਾ ਕੁੱਤਾ, ਜਿਹੜਾ ਕੁੱਤਾ ਕਿੱਥੇ ਰਹਿੰਦਾ, ਨੈਕਸਟ ਡੋਰ 'ਚ ਰਹਿੰਦਾ। ਤਾਂ ਦਿਸ ਇਜ਼ ਦ ਡਿਸਕ੍ਰਿਪਸ਼ਨ ਆਫ ਦਿਸ ਡੌਗ, ਨਾਟ ਦ ਟੀਜ਼ਿੰਗ ਐਕਸ਼ਨ, ਹੈ ਨਾ। ਤਾਂ ਇਸ ਕਰਕੇ ਅਗਰ ਇਹ ਡੌਗ ਦਾ ਡਿਸਕ੍ਰਿਪਸ਼ਨ ਹੈ, ਡੌਗ ਕੀ ਹੈ, ਇਸ ਵਰਬ ਦਾ ਆਬਜੈਕਟ। ਅਗਰ ਇਹ ਆਬਜੈਕਟ ਹੈ ਤਾਂ ਇਹ ਕੀ ਹੋ ਜਾਊਗਾ, ਨਾਊਨ। ਨਾਊਨ ਦਾ ਡਿਸਕ੍ਰਿਪਸ਼ਨ ਕੀ ਹੋ ਜਾਊਗਾ ਜੀ, ਐਡਜੈਕਟਿਵ। ਤਾਂ ਇਸ ਕਰਕੇ ਇਹਦਾ ਜਿਹੜਾ ਸਹੀ ਆਨਸਰ ਆਊਗਾ ਉਹ ਕੀ ਆਊਗਾ, ਬੀ। ਠੀਕ ਹੈ। ਹੁਣ ਇੰਨੀ ਗੱਲ ਸਮਝ ਆ ਗਈ। ਜਦੋਂ ਇੰਨੀ ਗੱਲ ਸਮਝ ਆ ਗਈ ਤੋਰੇ ਆ ਜਾਓ, ਹੈ ਨਾ। ਮੈਂ ਕਿਹਾ I met a man in white dress। ठीक है। जो मैं लिखा I met a man in white dress, तो in white dress, ठीक है। in white dress की डिस्क्रिप्शन है, met दी है, man दी। सोचने वाली गल है, की दी है, की दी है भाई, ठीक है, की दी है भाई, सोचने वाली गल है, की दी है, मैन दी। तो इस करके जो डिस्क्रिप्शन है, डिस्क्रिप्शन की हो जाएगा जी, एडजेक्टिव हो जाएगा, ठीक है। तो मैट नूं छड्डो, चलो कॉल्ड लिख लो। हुण इहदा पैसिव बनाना है सपोज, तो इहदा पैसिव तो दो ऑप्शन दूगा जी। की ऑप्शन दूगा, अ मैन was called by me in white dress। जो उन्हें इन्नी गल लिखी, ठीक है, तो एक ही सही लिखा है। अगर मैं तुहानूं पूछां, जल्दबाजी हो सकता ज़्यादा सारे स्टूडेंट्स कह दें हाँ जी सही लिखा है, तो तुसीं एक गल समझने वाली है भाई, जो मैं लिखा अ गुड बॉय, ठीक है, आई कॉल्ड अ गुड बॉय। तो मैंने एक गल दसो, जो मैं लिखा हुआ आ गुड बॉय, तो गुड की डिस्क्रिप्शन है बॉय की। तो जिहदी डिस्क्रिप्शन है भाई, वो नाउन नाल ही लिखा जाऊगा ना। कि तुसीं इहनूं अलग करके आई दे नाल लिख सकते हो, नहीं लिख सकते, क्योंकि जिहदी डिस्क्रिप्शन वो नाल ही लिखा जाऊगा। जिहड़ी आ वाइट ड्रैस है, ये किहदी डिस्क्रिप्शन है, मैन दी। मैन तो लिखा हुआ है, लेकिन हुण तुसीं किहदी डिस्क्रिप्शन बनाती, मी दी। तो मेरी डिस्क्रिप्शन नहीं है, मैन दी डिस्क्रिप्शन है। इस करके जिहड़ा लिखा हुआ है गलत लिखा हुआ है। इहनूं सही किवें करांगे, इहदे नाल लिखो। सही किवें लिखा जाऊगा, अ मैन in white dress was called by me, ठीक है। हुण तीसरा ऑप्शन भी दे सकता सी, वो किवें दे दिंदा, a man was
called in white dress by me। ਹੁਣ ਜਿਹੜੇ ਆ ਵਾਈਟ ਐਡਰੈਸ ਹੈ ਤੁਸੀਂ ਕਿਹਦੇ ਨਾਲ ਲਿਖਦਾ ਕਾਲ ਦੇ ਨਾਲ, ਤਾਂ ਇਹਦਾ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹਨੂੰ ਕਾਲ ਕੀਤਾ ਵਾਈਟ ਐਡਰੈਸ ਦੇ ਵਿੱਚ ਤਾਂ ਇਹ ਡਿਸਕ੍ਰਿਪਸ਼ਨ ਤੁਸੀਂ ਐਕਸ਼ਨ ਦੀ ਬਣਾ ਲਈ, ਇਹ ਐਕਸ਼ਨ ਦੀ ਵੀ ਨਹੀਂ ਹੈ ਤਾਂ ਇਸ ਕਰਕੇ ਇਹ ਵੀ ਗਲਤ। ਕਿਹੜਾ ਸਹੀ ਹੋ ਜਾਊਗਾ? ਅਗਰ ਤੁਹਾਨੂੰ ਇਹ ਸਮਝ ਆ ਗਿਆ ਤਾਂ ਸੈਂਟੈਂਸ ਵੀ ਸਮਝ ਆ ਜਾਊਗਾ। ਠੀਕ, ਹੁਣ ਤੁਸੀਂ ਧਿਆਨ ਨਾਲ ਦੇਖੋਗੇ ਵੀ ਜਿਹੜਾ ਲਿਖਿਆ ਹੋਇਆ ਇਹ ਕਿਹਦੀ ਡਿਸਕ੍ਰਿਪਸ਼ਨ ਹੈ। ਠੀਕ ਹੈ, ਮੇਰਾ ਮੋਟਿਵ ਤੁਹਾਨੂੰ ਆਨਸਰ ਦੱਸਣਾ ਨਹੀਂ ਸੀ, ਮੇਰਾ ਮੋਟਿਵ ਤੁਹਾਨੂੰ ਕਨਸੈਪਟ ਸਮਝਾਉਣਾ ਸੀ। ਠੀਕ ਹੈ, ਕਨਸੈਪਟ ਸਮਝਾਉਣ ਤੇ ਸਿੱਖਣ ਦੇ ਵਿੱਚ ਟਾਈਮ ਲੱਗਦਾ ਹੁੰਦਾ ਜੀ। ਠੀਕ ਹੈ, ਜਿਹੜੇ ਸਟੂਡੈਂਟਸ ਨੂੰ ਸਿਰਫ ਆਨਸਰ ਤੱਕ ਮਤਲਬ ਹੈ ਉਹ ਸਟੂਡੈਂਟਸ ਲਈ ਹੋ ਸਕਦਾ ਵੀਡੀਓ ਲੈਂਥੀ ਹੋ ਗਈ ਹੋਵੇ, ਅਦਰਵਾਈਜ਼ ਆਈ ਹੋਪ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਤਾਂ ਹੁਣ ਨੈਕਸਟ ਡੋਰ ਕਿਹਦੀ ਡਿਸਕ੍ਰਿਪਸ਼ਨ ਹੈ? ਡੌਗ ਦੀ। ਤਾਂ ਐਡਜੈਕਟਿਵ ਜਿਹੜਾ ਹੈਗਾ ਨਾਊਨ ਦੇ ਨਾਲ ਹੀ ਲਿਖਿਆ ਜਾਂਦਾ ਹੁੰਦਾ, ਤਾਂ ਇਸ ਕਰਕੇ ਇਹ ਤਾਂ ਵੈਸੇ ਹੀ ਗਲਤ ਸੀ। ਤਾਂ ਇਹ ਕਰ ਤੁਸੀਂ ਦੇਖੋਗੇ ਨੈਕਸਟ ਡੋਰ ਕਿਹਦੀ ਡਿਸਕ੍ਰਿਪਸ਼ਨ ਹੋਗੀ? ਟੀਜ਼ ਦਿੱਤੀ ਹੈ, ਗਲਤ ਹੋ ਗਿਆ। ਹੁਣ ਤੁਸੀਂ ਦੇਖੋਗੇ ਨੈਕਸਟ ਡੋਰ ਕਿਹਦੀ ਡਿਸਕ੍ਰਿਪਸ਼ਨ ਹੈ? ਡੌਗ ਦੀ, ਤਾਂ ਇਹ ਸਹੀ ਹੈ ਜੀ। ਉਰੇ ਤੁਸੀਂ ਦੇਖੋਗੇ ਨੈਕਸਟ ਡੋਰ ਕਿਹਦੀ ਡਿਸਕ੍ਰਿਪਸ਼ਨ ਹੋਗੀ? ਕੈਟ ਦੀ। ਤਾਂ ਬਈ ਕੈਟ ਤਾਂ ਪ੍ਰਾਈਮ ਫੇਸ ਹੈ, ਬਾਕੀ ਜਿਹੜਾ ਕੁੱਤਾ ਉਹ ਨੈਕਸਟ ਡੋਰ 'ਚ ਰਹਿੰਦਾ। ਠੀਕ ਹੈ, ਤਾਂ ਇਸ ਕਰਕੇ ਸਹੀ ਆਨਸਰ ਕੀ ਆ ਜਾਊਗਾ ਜੀ? ਸੀ। ਤਾਂ ਸੇਮ ਵੇ ਇੱਕ ਕੁਐਸਚਨ ਹੋਰ ਮੈਂ ਪੁੱਛਿਆ ਸੀ। ਠੀਕ ਹੈ ਜੀ, ਉਹ ਕੁਐਸਚਨ ਕੀ ਸੀ? ਆ ਸੀ ਹੁਣ ਕਿ ਕਿਰਨ ਵਿਲ ਹੋਸਟ ਦਾ ਪਾਰਟੀ ਇਨ ਦਾ ਮਾਲ। ਤਾਂ ਜਿਹੜਾ ਇਹ ਇਨ ਦਾ ਮਾਲ ਲਿਖਿਆ ਹੋਇਆ ਇਹ ਇਨ ਦਾ ਮਾਲ ਕਿਹਦੀ ਡਿਸਕ੍ਰਿਪਸ਼ਨ ਹੈ? ਹੋਸਟ ਦੀ ਡਿਸਕ੍ਰਿਪਸ਼ਨ ਹੈ ਜਾਂ ਪਾਰਟੀ ਦਾ ਡਿਸਕ੍ਰਿਪਸ਼ਨ ਹੈ? ਇਹ ਤੁਸੀਂ ਕਮੈਂਟ ਕਰਕੇ ਸੋਚਣ ਵਾਲੀ ਗੱਲ ਹੈ। ਠੀਕ ਹੈ ਜੀ, ਇਹ ਤੁਸੀਂ ਸੋਚਣਾ ਇੱਕ ਵਾਰ, ਤੁਸੀਂ ਅਗਰ ਸੋਚੋਗੇ ਤਾਂ ਆਈ ਹੋਪ ਸਹੀ ਆਨਸਰ ਕਰ ਦੋਗੇ। ਤੇ ਬਾਕੀ ਇਹਦਾ ਸਹੀ ਆਨਸਰ ਕਰਨਾ ਐਂਡ ਜਿਹੜਾ ਆਪਾਂ ਇਹ ਸੈਂਟੈਂਸ ਲਿਖਿਆ, ਠੀਕ ਹੈ, ਆਹ ਵਾਲੇ ਦੋ ਸੈਂਟੈਂਸ ਲਿਖੇ ਨੇ, ਅ ਮੈਨ ਵਾਸ ਸ਼ਾਊਟਿੰਗ ਲਾਊਡਲੀ ਇਨ ਦਾ ਹਾਲ, ਅ ਮੈਨ ਇਨ ਦਾ ਹਾਲ ਵਾਸ ਸ਼ਾਊਟਿੰਗ ਲਾਊਡਲੀ। ਤਾਂ ਇਹਦੇ ਪੈਸਿਵ ਬਣਾ ਕੇ ਤੁਸੀਂ ਦੇਖਣਾ ਕੀ ਫਰਕ ਹੈਗਾ ਨਹੀਂ ਹੈਗਾ। ਅਗਰ ਕੋਈ ਬੰਦੇ ਹੋਏ ਤਾਂ ਕਮੈਂਟ ਤੇ ਜ਼ਰੂਰ ਕਰਨਾ ਜੀ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਸੋ ਮਚ, ਆਲ ਦਾ ਬੈਸਟ, ਬਾਏ।